बाणी गुरु गुरु है बाणी, विच बाणी अमृत सारे। गुर बाणी कहे सेवक जन मानै, प्रतख गुरु निस्तारे। ज्ञान ध्यान किछ कर्म न जाना, सार ना जाना तेरी। सब ते वड्डा सतगुर नानक, जिन कल राखी मेरी। धन वाहिगुरु साहिब जी। श्लोक महला पहला। विस्माद नाद विस्माद वेद, विस्माद जी विस्माद भेद, विस्माद रूप विस्माद रंग, विस्माद नांगे फिरें जंत, विस्माद पौण विस्माद पानी, विस्माद अग्नि खेडें विडाणी, विस्माद धरती विस्माद खाणी, विस्माद साध लगें पराणी, विस्माद संजोग विस्माद विजोग, विस्माद भुख विस्माद भोग, विस्माद सिफत विस्माद साला, विस्माद ओजड़ विस्माद राह, विस्माद नेड़े विस्माद दूर, विस्माद देखे हाजरा हजूर, वेख विडाण रहया विस्माद, नानक बुझण पूरे भाग। वेख विडाण रहया विस्माद, नानक बुझण पूरे भाग। वाहिगुरु जी का खालसा, वाहिगुरु जी की फतेह। परम सन्मान योग दीन दुनी दे मालक, चवर छतर तख्त ते सुभाईमान, धन धन साहिब सतगुरु श्री गुरु ग्रंथ साहिब सच्चे पातशाह जी महाराज, तिन्हां दी मुबारक हजूरी दे अंदर इन्हां शामां वेले दे दीवानां विच हाज़रियां भर रहे अति सत्कारयोग सतसंगी जनों, सतगुरां जी की अपार बख्शिश किरपा रहमत के सदका असीं इन्हां पावन घड़ियां का आनंद प्राप्त कर रहे हाँ।
ਅੱਜ ਦਾ ਜਿਹੜਾ ਪਾਵਨ ਸ਼ਲੋਕ ਮੈਂ ਆਪ ਜੀ ਨਾਲ ਸਾਂਝਾ ਕੀਤਾ ਹੈ, ਇਸ ਪਾਵਨ ਸ਼ਲੋਕ ਦੀ ਵਿਚਾਰ ਅਸੀਂ ਪਿਛਲੇਰੇ ਦੀਵਾਨਾਂ ਵਿੱਚ ਵੀ ਸਾਂਝੇ ਕਰਨ ਦਾ ਯਤਨ ਕੀਤਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਸ਼ਲੋਕ ਦੇ ਅੰਦਰ ਜਿਹੜੇ ਖਿਆਲ, ਜਿਹੜੇ ਵਰਤਾਰੇ ਮਨੁੱਖੀ ਮਨ ਨੂੰ ਟੁੰਬਦੇ ਨੇ, ਉਹਨਾਂ ਸਾਰੇ ਹੀ ਵਰਤਾਰਿਆਂ ਦਾ ਹਾਲ ਇਸ ਸ਼ਲੋਕ ਦੇ ਵਿੱਚ ਮਹਾਰਾਜ ਬਿਆਨ ਕਰਦੇ ਨੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਸਮਾਧ ਉਸ ਅਵਸਥਾ ਨੂੰ ਕਿਹਾ ਜਾਂਦਾ ਹੈ ਜਿਹੜੀ ਅਵਸਥਾ ਬੰਦੇ ਦੇ ਬਿਆਨ ਤੋਂ ਬਾਹਰ ਹੋਵੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇਸ ਸ਼ਲੋਕ ਦੀ ਵਿਚਾਰ ਸਾਡੇ ਸਾਹਮਣੇ ਰੱਖਦੇ ਨੇ ਤੇ ਇਸ ਸ਼ਲੋਕ ਦੀਆਂ ਅਖੀਰ ਵਾਲੀਆਂ ਪੰਕਤੀਆਂ ਨੇ, ਵੇਖ ਵਿਡਾਣ ਰਹਿਆ ਵਿਸਮਾਦ। ਜਦੋਂ ਸਤਿਗੁਰੂ ਦੇ ਉਸ ਅਚਰਜ ਕੌਤਕ ਨੂੰ ਬੰਦਾ ਵੇਖਦਾ ਹੈ ਤੇ ਮਹਾਰਾਜ ਕਹਿੰਦੇ ਨੇ ਵਿਸਮਾਦ ਫਿਰ ਪਿੱਛੇ ਰਹਿ ਜਾਂਦਾ ਹੈ। ਜਿਹੜਾ ਵਿਸਮਾਦ ਹੈ ਇਹ ਫਿਰ ਸੈਕਿੰਡ ਲਾਈਨ ਤੇ ਆ ਜਾਂਦਾ ਹੈ। ਜਦੋਂ ਵਿਸਮਾਦ ਪਿੱਛੇ ਰਹਿ ਜਾਂਦਾ ਹੈ, ਜਦੋਂ ਵਿਸਮਾਦ ਬੰਦੇ ਦੇ ਜੀਵਨ ਵਿੱਚ ਸੈਕਿੰਡ ਲਾਈਨ ਤੇ ਚਲਾ ਜਾਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਫਿਰ ਉਸ ਅਵਸਥਾ ਤੇ ਜਾ ਕੇ ਉਸ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਦੁਨੀਆ ਦੇ ਵਿੱਚ ਜਦੋਂ ਅਸੀਂ ਵੱਖ-ਵੱਖ ਧਰਮਾਂ ਨੂੰ ਪੜ੍ਹੀਏ, ਇੱਥੋਂ ਤੱਕ ਕਿ ਅਸੀਂ ਸਿੱਖ ਧਰਮ ਦੀ ਵਿਚਾਰ ਬਾਰੇ ਵੀ ਪੜ੍ਹੀਏ ਨਾ, ਤੇ ਕਰਾਮਾਤਾਂ ਸਾਡੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਕਿਸੇ ਨਾ ਕਿਸੇ ਰੂਪ ਵਿੱਚ, ਕਿਸੇ ਨਾ ਕਿਸੇ ਤਰੀਕੇ ਵਿੱਚ ਲੋਕ ਮੰਨਦੇ ਪਏ ਨੇ। ਅਸੀਂ ਵੀ ਇਹ ਸੋਚਦੇ ਹਾਂ ਵੀ ਸ਼ਾਇਦ ਕਰਾਮਾਤ ਜਿਹੜੀ ਹੈ ਇਹ ਕੋਈ ਸਾਡੇ ਜੀਵਨ ਦੇ ਵਿੱਚ ਵਾਪਰੇ ਤੇ ਸਾਡੇ ਜੀਵਨ ਦਾ ਪਲਟਾ ਕਰ ਦੇਵੇ। ਕਰਾਮਾਤ ਵੈਸੇ ਉਸ ਸ਼ਬਦ ਨੂੰ ਕਿਹਾ ਜਾਂਦਾ ਹੈ ਜਿਹੜੀ ਚੀਜ਼ ਬੰਦੇ ਦੀ ਸੋਚਣ ਸ਼ਕਤੀ ਤੋਂ ਬਾਹਰ ਹੋਵੇ ਤੇ ਉਹ ਚੀਜ਼ ਅਚਨਚੇਤ ਸਾਡੇ ਜੀਵਨ ਦੇ ਵਿੱਚ ਵਾਪਰ ਜਾਵੇ, ਉਸ ਘਟਨਾ ਨੂੰ ਕਰਾਮਾਤ ਜਿਹੜਾ ਕਿਹਾ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਜਦੋਂ ਵੀ ਗੱਲ ਕੀਤੀ ਹੈ, ਉਹਨਾਂ ਨੇ ਆਖਿਆ ਬੰਦਿਆ ਤੂੰ ਆਪਣੇ ਆਪ ਨੂੰ ਬਦਲ। ਜਿਸ ਵਕਤ ਤੂੰ ਆਪਣੇ ਆਪ ਨੂੰ ਬਦਲ ਲਿਆ, ਜਿਸ ਵਕਤ ਤੂੰ ਆਪਣੇ ਆਪ ਨੂੰ ਚੇਂਜ ਕਰ ਲਿਆ, ਤੇਰੇ ਜੀਵਨ ਵਿੱਚ ਉਹੀ ਕਰਾਮਾਤ ਹੈ। ਗੁਰੂ ਦੇ ਰਸਤੇ 'ਤੇ ਤੁਰਨਾ ਇਹੀ ਕਰਾਮਾਤ ਹੈ। ਗੁਰੂ ਦੇ ਰਸਤੇ ਵੱਲ ਨੂੰ ਪੈਰ ਪੁੱਟਣੇ ਇਹੀ ਜੀਵਨ ਦੇ ਵਿੱਚ ਸਭ ਤੋਂ ਵੱਡਾ ਇਨਕਲਾਬ ਹੈ। ਕਰਾਮਾਤ ਇਹ ਨਹੀਂ ਹੁੰਦੀ ਵੀ ਅਸੀਂ ਰਾਤ ਨੂੰ ਸੁੱਤੇ ਤੇ ਸਵੇਰੇ ਉੱਠਦਿਆਂ ਸਾਨੂੰ ਬਹੁਤ ਧਨ ਪਦਾਰਥ ਪ੍ਰਾਪਤ ਹੋ ਜਾਣ, ਸਾਡਾ ਬੜੇ ਲੰਮੇ ਸਮੇਂ ਤੋਂ ਕੰਮ ਨਹੀਂ ਸੀ ਹੋ ਰਿਹਾ। ਅਸੀਂ ਤਾਂ ਕਰਾਮਾਤਾਂ ਇੱਦਾਂ ਦੀਆਂ ਹੀ ਸੋਚਦੇ ਹਾਂ ਨਾ, ਬੜੇ ਲੰਮੇ ਸਮੇਂ ਤੋਂ ਸਾਡਾ ਕੋਈ ਕੰਮ ਨਹੀਂ ਹੋ ਰਿਹਾ, ਕਾਰਜ ਨਹੀਂ ਸਿਰੇ ਚੜ੍ਹ ਰਿਹਾ, ਤੇ ਅਸੀਂ ਸੋਚਦੇ ਹਾਂ ਅੱਖਾਂ ਬੰਦ ਕਰੀਏ ਤੇ ਸਾਡਾ ਕਾਰਜ ਸਿਰੇ ਚੜ੍ਹ ਜਾਏ। ਫਲਾਨਾ ਬੰਦਾ ਮਰ ਗਿਆ ਸੀ, ਇਹ ਵੀ ਘਟਨਾਵਾਂ ਅਸੀਂ ਬੜੀ ਵਾਰੀ ਸੁਣੀਆਂ ਵੀ ਫਲਾਨਾ ਬੰਦਾ ਮਰ ਗਿਆ ਸੀ ਤੇ ਉਹ ਮਰਿਆ ਹੋਇਆ ਬੰਦਾ ਫਿਰ ਉੱਪਰੋਂ ਵਾਪਸ ਆ ਗਿਆ। ਫਿਰ ਇੱਦਾਂ ਦੀਆਂ ਕਥਾ ਕਹਾਣੀਆਂ ਵੀ ਪ੍ਰਚਲਿਤ ਨੇ ਵੀ ਜਦੋਂ ਬੰਦਾ ਮਰਿਆ ਉਹਦੇ ਨਾਂ ਦਾ ਕੋਈ ਹੋਰ ਬੰਦਾ ਇੱਥੋਂ ਖੜਨਾ ਸੀ ਤੇ ਰੱਬ ਭੁਲੇਖੇ ਨਾਲ ਬੰਦਾ ਕੋਈ ਹੋਰ ਇੱਥੋਂ ਲੈ ਗਿਆ। ਜਦੋਂ ਉੱਪਰ ਜਾ ਕੇ ਸ਼ਨਾਖਤ ਕੀਤੀ, ਉਹਨਾਂ ਆਖਿਆ ਇਹ ਤੇ ਬੰਦਾ ਲੈ ਕੇ ਨਹੀਂ ਸੀ ਆਉਣਾ, ਫਲਾਨਾ ਬੰਦਾ ਲੈ ਕੇ ਆਉਣਾ ਸੀ। ਕਹਿੰਦੇ ਵੀ ਉਹ ਬੰਦਾ ਫਿਰ ਜੀਵਤ ਹੋ ਗਿਆ ਤੇ ਉਸੇ ਨਾਂ ਦਾ ਬੰਦਾ ਜਿਹੜਾ ਉਦੋਂ ਬਾਅਦ ਚੜ੍ਹਾਈ ਕਰ ਗਿਆ। ਇੱਦਾਂ ਦੀਆਂ ਕਥਾ ਕਹਾਣੀਆਂ ਸਾਡੇ ਵਿੱਚ ਬਥੇਰੀਆਂ ਪ੍ਰਚਲਿਤ ਨੇ। ਇੱਕ ਗੱਲ ਦਾ ਹਮੇਸ਼ਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ, ਰੱਬ ਜਿਹੜਾ ਹੈ ਉਹ ਕਦੀ ਭੁੱਲਦਾ ਨਹੀਂ। ਰੱਬ ਜਿਹੜਾ ਹੈ ਉਹ ਕਦੀ ਭੁੱਲਦਾ ਨਹੀਂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਜਿਹੜਾ ਗੁਰੂ ਕਰਤਾਰ ਹੈ ਉਹ ਜੀਵਨ ਵਿੱਚ ਕਦੀ ਵੀ ਨਹੀਂ ਭੁੱਲਦਾ। ਬੰਦੇ ਕੋਲ ਬਥੇਰੀਆਂ ਗਲਤੀਆਂ ਹੋ ਜਾਂਦੀਆਂ ਨੇ, ਬੰਦਾ ਪੈਰ ਪੈਰ 'ਤੇ ਭੁੱਲ ਜਾਂਦਾ ਹੈ। ਕਿਤੇ ਤੁਸੀਂ ਬਾਜ਼ਾਰ ਵਿੱਚ ਕੋਈ ਸਮਾਨ ਖਰੀਦਣ ਵਾਸਤੇ ਗਏ ਹੋ ਤੇ ਤੁਹਾਨੂੰ ਕੋਈ ਚੀਜ਼ ਚੇਤਾ ਭੁੱਲ ਜਾਵੇ, ਬੰਦੇ ਨੂੰ ਭੁੱਲਦਾ ਹੈ।
ਜਾਨਵਰ ਜਿਹੜੇ ਨੇ ਉਹਨਾਂ ਦੀ ਵੀ ਯਾਦ ਸ਼ਕਤੀ ਇੰਨੀ ਤੇਜ਼ ਨਹੀਂ, ਉਹ ਵੀ ਭੁੱਲ ਜਾਂਦੇ ਨੇ। ਪਰ ਵਾਹਿਗੁਰੂ ਅਕਾਲ ਪੁਰਖ ਕੇਵਲ ਇੱਕ ਅਜਿਹੀ ਚੀਜ਼ ਹੈ ਜਿਹੜੀ ਕਦੀ ਭੁੱਲਦੀ ਨਹੀਂ। ਜੇ ਉਹ ਭੁੱਲਦਾ ਹੀ ਨਹੀਂ, ਜੇ ਉਹ ਦਿਮਾਗ ਦੇ ਵਿੱਚੋਂ ਕੋਈ ਚੀਜ਼ ਵਿਸਾਰਦਾ ਹੀ ਨਹੀਂ, ਫਿਰ ਉਹ ਇਹ ਗੱਲ ਕਿਵੇਂ ਭੁੱਲ ਗਿਆ ਵੀ ਫਲਾਣੇ ਬੰਦੇ ਨੂੰ ਇਸ ਧਰਤੀ ਤੋਂ ਲੈ ਕੇ ਜਾਣਾ ਸੀ ਤੇ ਚਲੇ ਇਸੇ ਨਾਮ ਦਾ ਦੂਜਾ ਬੰਦਾ ਗਿਆ, ਫਿਰ ਉਹ ਚੀਜ਼ ਕਿੱਦਾਂ ਭੁੱਲ ਗਿਆ। ਫਿਰ ਇੱਦਾਂ ਦੀਆਂ ਕਥਾ ਕਹਾਣੀਆਂ ਸਾਡੇ ਵਿੱਚ ਪ੍ਰਚਲਿਤ ਨੇ। ਮੈਂ ਥੋੜ੍ਹੇ ਦਿਨ ਪਹਿਲਾਂ ਇੱਕ ਸਾਖੀ ਪੜ੍ਹ ਰਿਹਾ ਸੀ। ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲ ਇੱਕ ਮਾਈ ਆਈ, ਮਾਤਾ ਆਈ। ਉਸ ਮਾਤਾ ਨੇ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਗੇ ਬੇਨਤੀ ਕੀਤੀ, ਕਿਉਂਕਿ ਉਹਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ। ਅੱਜ ਵੈਸੇ ਬਹੁਤ ਸਾਰੀ ਦੁਨੀਆ ਇਸ ਗੱਲੋਂ ਪਰੇਸ਼ਾਨ ਹੈ, ਜਿਨ੍ਹਾਂ ਦੇ ਘਰ ਵਿੱਚ ਔਲਾਦ ਨਹੀਂ ਉਹ ਵੱਖਰੇ ਪਰੇਸ਼ਾਨ ਨੇ, ਅਤੇ ਜਿਨ੍ਹਾਂ ਦੇ ਘਰ ਵਿੱਚ ਔਲਾਦ ਹੈਗੀ ਹੈ ਪਰ ਮਾਤਾ ਪਿਤਾ ਦੀ ਆਖੇ ਨਹੀਂ ਲੱਗਦੀ, ਉਹ ਵੱਖਰੇ ਪਰੇਸ਼ਾਨ ਨੇ। ਬੰਦਾ ਹਰ ਕੋਈ ਅੱਜ ਪਰੇਸ਼ਾਨ ਹੈ। ਜਿਨ੍ਹਾਂ ਦੇ ਘਰ ਵਿੱਚ ਔਲਾਦ ਨਹੀਂ ਉਹ ਕਹਿੰਦੇ ਵੀ ਔਲਾਦ ਹੋਵੇ ਤੇ ਸ਼ਾਇਦ ਅਸੀਂ ਸੁਖੀ ਹੋ ਸਕੀਏ, ਅਤੇ ਜਿਨ੍ਹਾਂ ਦੇ ਘਰ ਵਿੱਚ ਔਲਾਦ ਹੈਗੀ ਹੈ ਤੇ ਆਖੇ ਨਹੀਂ ਲੱਗਦੀ, ਉਹ ਇਹ ਗੱਲ ਸੋਚਦੇ ਨੇ ਵੀ ਇਹਦੇ ਨਾਲੋਂ ਚੰਗਾ ਤੇ ਨਾ ਹੀ ਹੁੰਦੀ ਤੇ ਵਧੀਆ ਸੀ। ਬੰਦਾ ਹਰ ਕੋਈ ਦੁਖੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਵਾਕ ਹੈ, ਪੁੱਤੀ ਗੰਢ ਪਵੈ ਸੰਸਾਰ। ਅਤੇ ਇਹਦੀ ਵਿਆਖਿਆ ਅਸੀਂ ਇੱਦਾਂ ਕੀਤੀ ਵੀ ਜੇ ਪੁੱਤ ਘਰ ਵਿੱਚ ਹੋਵੇ ਤੇ ਗਾਂ ਗੰਢ ਪੈ ਜਾਂਦੀ ਹੈ, ਸੰਸਾਰ ਤੁਰ ਜਾਂਦਾ। ਅਸੀਂ ਇਹਦੀ ਵਿਆਖਿਆ ਇੱਦਾਂ ਦੀ ਕੀਤੀ ਹੈ, ਪਰ ਉਹਦਾ ਮਤਲਬ ਉੱਥੇ ਇਹ ਨਹੀਂ ਸੀ। ਇਹ ਸਿਰਫ ਮਹਾਰਾਜ ਨੇ ਇੱਕ ਪ੍ਰਚਲਿਤ ਉਦਾਹਰਨ ਵਰਤੀ ਹੈ। ਫਿਰ ਤੁਸੀਂ ਵੇਖੋ ਬਾਬਾ ਬੁੱਢਾ ਜੀ ਪਿੰਡ ਝਬਾਲ ਦੇ ਵਿੱਚ, ਨਗਰ ਝਬਾਲ ਦੇ ਵਿੱਚ, ਉੱਥੇ ਲੋਕ ਪੁੱਤਰਾਂ ਦੀਆਂ ਅਰਦਾਸਾਂ ਕਰਵਾਉਣ ਵਾਸਤੇ ਤੁਰੇ ਜਾਂਦੇ ਨੇ। ਵੈਸੇ ਬੜੀ ਦੁੱਖ ਦੀ ਗੱਲ ਹੈ, ਅਸੀਂ ਹਰ ਰੋਜ਼ ਅਰਦਾਸ ਵਿੱਚ ਇਹ ਸ਼ਬਦ ਵਰਤਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਪੁੱਤਰਾਂ ਦੀਆਂ ਅਰਦਾਸਾਂ ਦੇ ਵਾਸਤੇ ਥਾਂ ਥਾਂ 'ਤੇ ਡੇਰੇ ਖੁੱਲ੍ਹੇ ਹੋਏ ਨੇ। ਪੁੱਤਰਾਂ ਦੀਆਂ ਅਰਦਾਸਾਂ ਥਾਂ ਥਾਂ 'ਤੇ ਕੀਤੀਆਂ ਜਾਂਦੀਆਂ ਨੇ। ਪੰਜਾਬ ਦੀ ਧਰਤੀ 'ਤੇ ਅੱਜ ਕੋਈ ਵੀ ਐਸਾ ਡੇਰਾ ਜਾਂ ਐਸਾ ਗੁਰਦੁਆਰਾ ਨਹੀਂ ਜਿੱਥੇ ਕਿਸੇ ਧੀ ਦੀ ਅਰਦਾਸ ਹੁੰਦੀ ਹੋਵੇ। ਇਹ ਦੁੱਖ ਦੀ ਗੱਲ ਹੈ। ਪੜ੍ਹਦੇ ਅਸੀਂ ਅਰਦਾਸ ਵਿੱਚ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੱਲ ਅਸੀਂ ਸਰਬੱਤ ਦੇ ਭਲੇ ਦੀ ਕਰਦੇ ਹਾਂ, ਪਰ ਧੀ ਦੀ ਅਰਦਾਸ ਕਿਸੇ ਨੇ ਗੁਰਦੁਆਰੇ ਅੱਜ ਤੱਕ ਨਹੀਂ ਕਰਵਾਈ। ਕਿਉਂਕਿ ਧੀਆਂ ਅਸੀਂ ਕਹਿੰਦੇ ਵੀ ਜੇ ਧੀ ਆ ਗਈ ਤਾਂ ਪਰਿਵਾਰ ਅੱਗੇ ਕਿੱਦਾਂ ਚੱਲੇਗਾ। ਅੱਜ ਕਈ ਐਸੇ ਪਰਿਵਾਰ ਹੈਗੇ ਨੇ ਜਿਨ੍ਹਾਂ ਦੇ ਘਰ ਵਿੱਚ ਪੁੱਤ ਨਹੀਂ, ਜਿਨ੍ਹਾਂ ਦੇ ਘਰ ਵਿੱਚ ਧੀਆਂ ਨੇ, ਪਰ ਉਹ ਪੁੱਤਾਂ ਵਾਲਿਆਂ ਨਾਲੋਂ ਵੀ ਵੱਧ ਸੁਖੀ ਨੇ। ਕਈਆਂ ਨੇ ਪੁੱਤ ਅਰਦਾਸਾਂ ਕਰ ਕਰਕੇ ਲਏ ਨੇ, ਕਈਆਂ ਨੇ ਪੁੱਤ ਗੁਰਦੁਆਰੇ ਹਾੜੇ ਕੱਢ ਕੱਢ ਕੇ ਲਏ ਨੇ। ਅੱਜ ਉਹ ਉਹਨਾਂ ਦੇ ਹੱਥੋਂ ਹੀ ਦੁਖੀ ਨੇ। ਅੱਜ ਉਹਨਾਂ ਨੂੰ ਵਿਚਾਰਿਆਂ ਨੂੰ ਬਿਰਧ ਆਸ਼ਰਮ ਦੇ ਵਿੱਚ, ਮੈਂ ਇੱਕ ਦਿਨ ਕਹਾਣੀ ਪੜ੍ਹ ਰਿਹਾ ਸੀ, ਕਿਸੇ ਨੇ ਬੜੀ ਵਧੀਆ ਕਹਾਣੀ ਲਿਖੀ। ਕਹਿੰਦੇ ਵੀ ਇੱਕ ਪੁੱਤ ਸੀ, ਜਦੋਂ ਵਿਆਹਿਆ ਗਿਆ ਤੇ ਘਰ ਦੇ ਵਿੱਚ ਨੂੰਹ ਆ ਗਈ। ਨੂੰਹ ਦੇ ਨਾਲ ਸੱਸ ਤੇ ਸਹੁਰੇ ਦੀ ਤਾਲਮੇਲ ਠੀਕ ਨਹੀਂ ਬੈਠਿਆ, ਤੇ ਪੁੱਤ ਨੇ ਸੋਚਿਆ ਵੀ ਚਲੋ ਇਹਨਾਂ ਨੂੰ ਆਪਾਂ ਜਿਹੜਾ ਹੈ ਉਹ ਬਿਰਧ ਆਸ਼ਰਮ ਦੇ ਵਿੱਚ ਛੱਡ ਆਉਂਦੇ ਹਾਂ। ਵੈਸੇ ਅੱਜ ਪੰਜਾਬ ਦੀ ਧਰਤੀ 'ਤੇ ਬੜੇ ਬਿਰਧ ਆਸ਼ਰਮ ਬਣੇ ਨੇ। ਕਹਿਣ ਨੂੰ ਤਾਂ ਅਸੀਂ ਗੁਰਾਂ ਦਾ ਪੰਜਾਬ, ਪੰਜਾਬ ਦੀ ਧਰਤੀ ਨੂੰ ਕਹਿ ਦਿੰਦੇ ਹਾਂ, ਪਰ ਪੰਜਾਬ ਦੀ ਧਰਤੀ 'ਤੇ ਬਣੇ ਹੋਏ ਬਿਰਧ ਆਸ਼ਰਮ ਅੱਜ ਪੰਜਾਬ ਦੇ ਮੱਥੇ 'ਤੇ ਸਭ ਤੋਂ ਵੱਡਾ ਕਲੰਕ ਨੇ ਇਹ ਚੀਜ਼ਾਂ। ਕਹਿੰਦੇ ਉਹ ਬਿਰਧ ਆਸ਼ਰਮ ਦੇ ਵਿੱਚ ਆਪਣੇ ਪੁੱਤ ਨੂੰ ਛੱਡ ਆਇਆ, ਅਤੇ ਜਦੋਂ ਪੁੱਤ ਨੂੰ ਛੱਡਣ ਗਿਆ, ਜਦੋਂ ਬਾਪ ਉੱਥੇ ਗਿਆ, ਪੁੱਤ ਉਹਨੂੰ ਛੱਡਣ ਗਿਆ, ਅਤੇ ਬਾਪ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ। ਉਹਨੂੰ ਕਿਸੇ ਨੇ ਪੁੱਛਿਆ ਵੀ ਅੱਜ ਤੇਰੀਆਂ ਅੱਖਾਂ ਦੇ ਵਿੱਚ ਹੰਝੂ ਨੇ, ਤੂੰ ਰੋ ਰਿਹਾ ਹੈ, ਕੀ ਕਾਰਨ ਹੈ, ਇੰਨਾ ਦੁਖੀ ਕਿਉਂ ਹੈ? ਉਹ ਕਹਿੰਦਾ ਸੀ ਅਰਦਾਸਾਂ ਕਰ ਕਰਕੇ ਪੁੱਤ ਨੂੰ ਲਿਆ ਸੀ, ਪਰ ਅੱਜ ਪੁੱਤ ਨੇ ਇਹ ਦਿਨ ਵੇਖਣ ਦੇ ਵਾਸਤੇ ਮੈਨੂੰ ਮਜਬੂਰ ਕਰ ਦਿੱਤਾ। ਮੈਂ ਕਦੀ ਨਹੀਂ ਸੀ ਸੋਚਿਆ ਮੈਂ ਵੀ ਇੱਥੋਂ ਤੱਕ ਇਹ ਦਿਨ ਵੇਖਾਂਗਾ। ਜਦੋਂ ਬਿਰਧ ਆਸ਼ਰਮ ਦੇ ਵਿੱਚ ਬਾਪ ਗਿਆ, 10 ਕੁ ਦਿਨ ਉੱਥੇ ਰਿਹਾ, ਅਤੇ 10 ਕੁ ਦਿਨ ਉੱਥੇ ਰਹਿਣ ਤੋਂ ਬਾਅਦ ਪੁੱਤਰ ਉਹਦਾ ਮਿਲਣ ਆਇਆ ਵੀ ਡੈਡੀ ਕਿੱਦਾਂ, ਠੀਕ ਠਾਕ ਹੋ, ਸਿਹਤ ਤੁਹਾਡੀ ਠੀਕ ਹੈ, ਕਿਸੇ ਚੀਜ਼ ਦੀ ਲੋੜ ਤਾਂ ਨਹੀਂ? ਅਤੇ ਬਾਪ ਨੇ ਅੱਗੋਂ ਆਖਿਆ, ਆਂਦਾ ਵੀ ਲੋੜ ਤਾਂ ਹੈ ਇੱਕ ਚੀਜ਼ ਦੀ। ਕਹਿੰਦਾ ਕੀ? ਕਹਿੰਦਾ ਜਿਹੜੀ ਜਗ੍ਹਾ 'ਤੇ ਮੈਂ ਸੌਂਦਾ ਰਾਤ ਨੂੰ ਗਰਮੀ ਜ਼ਿਆਦਾ ਹੁੰਦੀ ਹੈ ਅਤੇ ਪੱਖਾ ਨਹੀਂ ਹੈ ਉੱਥੇ, ਇੱਕ ਪੱਖਾ ਚਾਹੀਦਾ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, ਪੱਖਾ ਲਵਾ ਦਿੰਦੇ ਹਾਂ।
ਉਹਨੇ ਉੱਥੇ ਪੱਖਾ ਲਗਾ ਦਿੱਤਾ। ਫਿਰ ਜਦੋਂ ਆਲੇ ਦੁਆਲੇ ਉਸ ਪੁੱਤ ਨੇ ਗੱਲਬਾਤ ਕੀਤੀ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਮਿਲਿਆ, ਉਹਨਾਂ ਲੋਕਾਂ ਨੇ ਪਤਾ ਕੀ ਕਿਹਾ, ਉਹਨਾਂ ਲੋਕਾਂ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਜਿਹੜਾ ਮੇਰਾ ਪੁੱਤ ਹੈ ਨਾ, ਮੈਂ ਤਾਂ ਕਹਿੰਦਾ ਇਹੋ ਜਿਹੇ ਦਿਨ ਕੱਟ ਲੈ, ਗਰਮੀ ਸਹਾਰ ਲਈ, ਪਰ ਉਹ ਤੋਂ ਸਹਾਰੀ ਨਹੀਂ ਜਾਣੀ। ਹੋ ਸਕਦਾ ਜੇ ਪੱਖਾ ਨਾ ਲੱਗਦਾ ਤਾਂ ਮੈਂ ਦਿਨ ਕੱਢ ਲੈਂਦਾ, ਮੈਨੂੰ ਕੋਈ ਤਕਲੀਫ ਨਹੀਂ ਸੀ, ਪਰ ਜਿੱਦਣ ਮੇਰਾ ਪੁੱਤ ਇਸ ਬਿਰਧ ਆਸ਼ਰਮ ਦੇ ਵਿੱਚ ਆਇਆ, ਉਹ ਤੋਂ ਪੱਖੇ ਤੋਂ ਬਿਨਾਂ ਰਿਹਾ ਨਹੀਂ ਜਾਣਾ। ਉਹ ਤਾਂ ਪੱਖੇ ਤੋਂ ਬਿਨਾਂ ਇੱਕ ਰਾਤ ਨਹੀਂ ਕੱਟ ਸਕਦਾ। ਪੱਖੇ ਤੋਂ ਬਿਨਾਂ ਉਹਦੇ ਵਾਸਤੇ ਘੜੀ ਕੱਟਣੀ ਮੁਸ਼ਕਿਲ ਹੈ। ਮੈਂ ਪੱਖਾ ਆਪਦੇ ਵਾਸਤੇ ਨਹੀਂ ਲਵਾ ਰਿਹਾ, ਇਹ ਮੈਂ ਪੱਖਾ ਆਪਣੇ ਪੁੱਤ ਦੇ ਵਾਸਤੇ ਲਵਾ ਰਿਹਾ। ਜਦੋਂ ਇਹ ਗੱਲ ਉਹਦੇ ਕੰਨੀ ਪਈ ਅਤੇ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ। ਉਹਨੇ ਆਪਣੇ ਬਾਪ ਨੂੰ ਬਿਰਧ ਆਸ਼ਰਮ ਦੇ ਵਿੱਚੋਂ ਲੈ ਕੇ ਅਤੇ ਫਿਰ ਆਪਣੇ ਘਰ ਲੈ ਗਿਆ। ਅੱਜ ਇੱਕ ਘਰ ਦੀ ਕਹਾਣੀ ਨਹੀਂ ਹੈ, ਬੜਿਆਂ ਘਰਾਂ ਦੀ ਕਹਾਣੀ ਇਹ ਹੈ। ਅੱਜ ਬੜੇ ਐਸੇ ਘਰ ਨੇ ਜਿਹੜੇ ਔਲਾਦ ਦੇ ਹੱਥੋਂ ਦੁਖੀ ਨੇ, ਅਤੇ ਕਈ ਐਸੇ ਘਰ ਨੇ ਜਿਨ੍ਹਾਂ ਦੇ ਘਰ 'ਚ ਔਲਾਦ ਨਹੀਂ, ਉਹ ਔਲਾਦ ਵਾਲਿਆਂ ਨਾਲੋਂ ਵੀ ਵੱਧ ਸੁਖੀ ਨੇ। ਸੋ ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਵੀ ਰੱਬ ਕਦੀ ਭੁੱਲਦਾ ਨਹੀਂ। ਇਤਿਹਾਸ ਵਿੱਚ ਦਰਜ ਹੈ ਵੀ ਮਾਈ ਦੇ ਘਰ ਕੋਈ ਔਲਾਦ ਨਹੀਂ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਦੇ ਵਾਸਤੇ ਗਏ। ਮਾਈ ਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਇਲਾਕੇ ਦੇ ਵਿੱਚ ਆਏ ਨੇ, ਮੈਂ ਵੀ ਦਰਸ਼ਨ ਉਹਨਾਂ ਦੇ ਕਰਾਂ। ਮਾਈ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਮਿਲੀ, ਉਹਨਾਂ ਦੇ ਅੱਗੇ ਭੇਟਾ ਰੱਖੀ, ਨਮਸਕਾਰ ਕੀਤਾ, ਅਤੇ ਨਮਸਕਾਰ ਕਰਨ ਤੋਂ ਬਾਅਦ ਮਾਤਾ ਕਹਿਣ ਲੱਗੀ, ਕਹਿੰਦੀ ਮੇਰੇ ਘਰ ਵਿੱਚ ਕੋਈ ਔਲਾਦ ਨਹੀਂ ਗੁਰੂ ਸਾਹਿਬ ਜੀ, ਮੈਂ ਬੜੀ ਦੁਖੀ ਹਾਂ, ਮੇਰੇ ਘਰ ਵਿੱਚ ਔਲਾਦ ਨਹੀਂ, ਕਿਰਪਾ ਕਰੋ ਮੇਰੇ ਘਰ ਦੇ ਵਿੱਚ ਔਲਾਦ ਪੁੱਤਰ ਦੀ ਜਿਹੜੀ ਹੈ ਉਹ ਮੈਨੂੰ ਦਾਤ ਮੇਰੀ ਝੋਲੀ ਵਿੱਚ ਪਾਓ। ਫਿਰ ਇਤਿਹਾਸ ਵਿੱਚ ਸਾਖੀ ਇੱਦਾਂ ਦੀ ਲਿਖੀ ਹੈ, ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਘੋੜੇ 'ਤੇ ਚੜ੍ਹੇ ਸਨ, ਅਤੇ ਘੋੜੇ 'ਤੇ ਚੜ੍ਹੇ ਉਹ ਇੱਕ ਲਿਖਣ ਲੱਗੇ ਅਤੇ ਇੱਕ ਦੀ ਜਗ੍ਹਾ 'ਤੇ ਸਾਤਾ ਬਣ ਗਿਆ। ਅਤੇ ਉਦੋਂ ਬਾਅਦ ਕਹਿੰਦੇ ਵੀ ਉਸ ਮਾਈ ਦੇ ਘਰ ਵਿੱਚ 7 ਪੁੱਤਰ ਹੋਏ। ਅਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲਿਖਣ ਲੱਗੇ, ਉਹਨਾਂ ਆਖਿਆ ਮਾਈ ਤੇਰੇ ਤੇ ਕਰਮਾਂ 'ਚ ਹੀ ਪੁੱਤ ਹੈ ਨਹੀਂ। ਅਤੇ ਮਾਈ ਨੇ ਅੱਗੋਂ ਜਵਾਬ ਦਿੱਤਾ, ਕਹਿੰਦੀ ਜੇ ਉੱਥੇ ਭੁੱਲ ਗਿਆ ਸਾਂ ਤਾਂ ਇੱਥੇ ਲਿਖ ਦੇ, ਜੇ ਉੱਥੇ ਭੁੱਲ ਗਿਆ ਸਾਂ ਤਾਂ ਇੱਥੇ ਲਿਖ ਦੇ। ਹੁਣ ਇਸ ਕਹਾਣੀ ਕਹਿਣ ਦਾ ਮਤਲਬ ਇਹ ਹੈ ਵੀ ਰੱਬ ਉੱਥੇ ਭੁੱਲ ਗਿਆ ਸੀ, ਇੱਥੇ ਨਹੀਂ ਭੁੱਲਿਆ। ਹੁਣ ਜਿਹੜਾ ਮੈਂ ਵਾਕ ਸਤਿਗੁਰਾਂ ਦੀ ਬਾਣੀ ਵਿੱਚੋਂ ਤੁਹਾਡੇ ਨਾਲ ਸਾਂਝਾ ਕੀਤਾ ਵੀ ਰੱਬ ਨਹੀਂ ਕਦੀ ਭੁੱਲਦਾ, ਇਹ ਬੰਦੇ ਦਾ ਭੁਲੇਖਾ ਹੈ, ਰੱਬ ਨਹੀਂ ਕਦੀ ਭੁੱਲਦਾ। ਹੁਣ ਇੱਕ ਪੁੱਤਰ ਦੀ ਦਾਤ ਮੰਨ ਲਓ ਵੀ ਇੱਕ ਬੰਨੇ ਮੰਨ ਵੀ ਲਿਆ ਜਾਏ ਵੀ ਸਾਖੀ ਠੀਕ ਹੈ, ਅਤੇ ਇੱਕ ਪੁੱਤਰ ਦੀ ਦਾਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਾਗਜ਼ 'ਤੇ ਲਿਖ ਰਹੇ ਸਨ ਅਤੇ 7 ਲਿਖ ਦਿੱਤੀਆਂ ਅਤੇ ਬਾਕੀ ਦੇ 6 ਜਿਹੜੇ ਸਨ, ਇਹਦਾ ਮਤਲਬ ਫਿਰ ਉੱਥੇ ਕਿਰਪਾ ਕਿਹਦੀ ਹੋਈ? ਬੜੇ ਸਵਾਲ ਨੇ ਇਸ ਸਾਖੀ 'ਤੇ ਜੇ ਅਸੀਂ ਖੜੇ ਕਰੀਏ। ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਜੀਵਨ ਦੇ ਦੌਰਾਨ, ਆਪਣੀਆਂ ਇਹਨਾਂ ਪ੍ਰਚਾਰ ਫੇਰੀਆਂ ਦੇ ਦੌਰਾਨ ਦੂਰ ਦਰਾਡਿਆਂ ਤੱਕ ਜਾ ਕੇ ਉਹਨਾਂ ਨੇ ਸਫ਼ਰ ਕੀਤਾ, ਬਹੁਤ ਲੰਮੇ ਪ੍ਰਚਾਰ ਪੈਂਡੇ ਕੀਤੇ। ਇਤਿਹਾਸ ਵਿੱਚ ਸਾਨੂੰ ਬਹੁਤ ਕੁਝ ਐਸਾ ਮਿਲ ਜਾਂਦਾ ਹੈ ਜਿਹੜਾ ਕਿ ਸਤਿਗੁਰਾਂ ਦੀ ਬਾਣੀ ਦੇ ਅਨੁਕੂਲ ਨਹੀਂ। ਜਿਵੇਂ ਬਾਬਾ ਅਟਲ ਰਾਏ ਦੇ ਬਾਰੇ ਇਹ ਸਾਖੀ ਪ੍ਰਸਿੱਧ ਹੈ ਵੀ ਇੱਕ ਦਿਨ ਕੀ ਹੋਇਆ ਵੀ ਉਹਨਾਂ ਦੇ ਨਾਲ ਦਾ ਸਾਥੀ ਚੜ੍ਹਾਈ ਕਰ ਗਿਆ ਅਤੇ ਉਹਨਾਂ ਨੇ ਆਪਣੀ ਆਤਮਿਕ ਸ਼ਕਤੀ ਦੇ ਨਾਲ ਉਸ ਸਾਥੀ ਨੂੰ ਜਿਹੜਾ ਸੀ ਉਹ ਜੀਂਦਾ ਕਰ ਲਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਇਹ ਕੁਦਰਤ ਦੇ ਅਤੇ ਕਰਤੇ ਦੇ ਵਿਧਾਨ ਤੋਂ ਉਲਟ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ। ਕਹਿੰਦੇ ਵੀ ਉਹ ਜਿਹੜਾ ਬੱਚਾ ਸੀ ਉਹ ਤਾਂ ਜੀਂਦਾ ਰਿਹਾ, ਅਤੇ ਉਹਦੀ ਜਗ੍ਹਾ 'ਤੇ ਬਾਬਾ ਅਟਲ ਰਾਏ ਜੀ ਆਪ ਚਾਦਰ ਵਿਛਾ ਕੇ ਅਤੇ ਲੇਟ ਗਏ ਅਤੇ ਚੜ੍ਹਾਈ ਕਰ ਗਏ। ਉਹਨਾਂ ਨੇ ਆਪਣੇ ਸਵਾਸ ਜਿਹੜੇ ਸੀ ਤਿਆਗ ਦਿੱਤੇ। ਅਸਲ ਦੇ ਵਿੱਚ ਇਹਦੇ ਪਿੱਛੇ ਕਾਰਨ ਇਹ ਹੈ ਵੀ ਇਤਿਹਾਸ ਲਿਖਿਆ 3 ਤਰੀਕਿਆਂ ਦੇ ਨਾਲ ਗਿਆ ਹੈ। ਇਹ ਗੱਲ ਬੜੀ ਸਮਝਣਯੋਗ ਹੈ। ਇਤਿਹਾਸ 3 ਤਰੀਕਿਆਂ ਨਾਲ ਲਿਖਿਆ ਗਿਆ ਹੈ। ਪਹਿਲਾ ਇਤਿਹਾਸ ਸਿੱਖ ਨੇ ਲਿਖਿਆ ਸੀ, ਜਿਹਦੇ ਵਿੱਚ ਸਿੱਖ ਨੇ ਸ਼ਰਧਾ ਵਸ ਹੋ ਕੇ ਗੁਰੂ ਸਾਹਿਬ ਜੀ ਦੇ ਇਤਿਹਾਸ ਨਾਲ ਉਹ ਸਾਖੀਆਂ ਜੋੜ ਦਿੱਤੀਆਂ, ਜਿਹੜੀਆਂ ਸਾਖੀਆਂ ਉਹਨਾਂ ਦੇ ਜੀਵਨ ਦੇ ਮੁਤਾਬਕ ਅਤੇ ਗੁਰਮਤਿ ਦੀ ਕਸਵੱਟੀ ਦੇ ਖਰੀਆਂ ਨਹੀਂ ਸਨ ਉਤਰਦੀਆਂ। ਦੂਜਾ ਇਤਿਹਾਸ ਲਿਖਿਆ ਹਿੰਦੂ ਨੇ। ਜਦੋਂ ਉਹਨੇ ਇਤਿਹਾਸ ਲਿਖਿਆ ਤਾਂ ਉਹਦਾ ਇਤਿਹਾਸ ਲਿਖਣ ਦਾ ਤਰੀਕਾ ਇੱਦਾਂ ਦਾ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਸਾਹਿਬ ਜੀ ਨੂੰ ਆਪਣੇ ਮਤ ਵਿੱਚ ਜੋੜਿਆ ਜਾਵੇ, ਜਿਵੇਂ ਸਾਨੂੰ ਬਚਾਉਣ ਵਾਸਤੇ, ਸਾਡੇ ਮਤ ਦਾ ਪ੍ਰਚਾਰ ਕਰਨ ਵਾਸਤੇ ਗੁਰੂ ਸਾਹਿਬ ਇਸ ਧਰਤੀ 'ਤੇ ਆਏ ਹੋਣ। ਅਤੇ ਉਸ ਤੋਂ ਬਾਅਦ ਤੀਜਾ ਇਤਿਹਾਸ ਲਿਖਿਆ ਮੁਸਲਮਾਨਾਂ ਨੇ।
ਜਦੋਂ ਉਹਨਾਂ ਨੇ ਇਤਿਹਾਸ ਲਿਖਿਆ ਤੇ ਉਹਨਾਂ ਦੇ ਇਤਿਹਾਸ ਲਿਖਣ ਦਾ ਤਰੀਕਾ ਬਿਲਕੁਲ ਵੱਖਰਾ ਸੀ। ਉਹਨਾਂ ਨੇ ਇਤਿਹਾਸ ਇੱਦਾਂ ਲਿਖਿਆ ਵੀ ਜਿਵੇਂ ਸਾਡਾ ਕੋਈ ਦੋਸ਼ ਨਹੀਂ, ਸਾਰਾ ਦੋਸ਼ ਹੀ ਸਿੱਖਾਂ ਦਾ ਹੈ। ਜਿਵੇਂ ਮੈਂ ਇਹਦੇ 'ਚ ਇੱਕ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਦਾ। ਹੁਣ ਭਾਈ ਮਨੀ ਸਿੰਘ ਜੀ ਦਾ ਅਸੀਂ ਹਰ ਰੋਜ਼ ਅਰਦਾਸ ਵਿੱਚ ਜਿਗਰ ਪੜ੍ਹਦੇ ਹਾਂ, ਬੰਦ ਬੰਦ ਕਟਾਏ। ਬੰਦ ਬੰਦ ਭਾਈ ਮਨੀ ਸਿੰਘ ਜੀ ਦਾ ਜਿਹੜਾ ਸੀ ਉਹ ਕਟਿਆ ਗਿਆ ਲਾਹੌਰ ਦੇ ਨਖਾਸ ਚੌਂਕ ਵਿੱਚ। ਹੁਣ ਜਦੋਂ ਇੱਕ ਲਿਖਾਰੀ ਇਸ ਇਤਿਹਾਸ ਨੂੰ ਲਿਖਦਾ ਹੈ ਨਾ ਮੁਸਲਮਾਨ, ਉਹਨੇ ਆਪਣੇ ਆਪ ਨੂੰ ਉਹਦੇ 'ਚੋਂ ਬਰੀ ਕਰਨਾ ਹੈ। ਉਹਦਾ ਫਿਰ ਉਹਨੂੰ ਲਿਖਣ ਦਾ ਤਰੀਕਾ ਇੱਦਾਂ ਦਾ, ਉਹ ਕਹਿੰਦਾ ਵੀ ਭਾਈ ਮਨੀ ਸਿੰਘ ਜਿਹੜੇ ਸਨ, ਜਦੋਂ ਇਹਨਾਂ ਨੇ ਪੋਥੀਆਂ ਦੀ ਸੰਪਾਦਨਾ ਕੀਤੀ, ਪੋਥੀ ਸਾਹਿਬ ਭਾਈ ਮਨੀ ਸਿੰਘ ਜੀ ਨੇ ਆਪ ਹੱਥਾਂ ਦੇ ਨਾਲ ਲਿਖੇ ਸਨ। ਅਤੇ ਪਹਿਲਾਂ ਗੁਰਬਾਣੀ ਲਿਖਣ ਦਾ ਰਿਵਾਜ ਇੱਦਾਂ ਦਾ ਸੀ ਵੀ ਗੁਰਬਾਣੀ ਜਿਹੜੀ ਸੀ ਉਹ ਲੜੀਵਾਰ ਲਿਖੀ ਜਾਂਦੀ ਸੀ। ਜਿਵੇਂ ਅੱਜ ਵੀ ਕਈ ਸਰੂਪ ਨੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਜਿਨ੍ਹਾਂ ਦੇ ਅੱਖਰ ਨਾਲ ਅੱਖਰ ਜੋੜੇ ਨੇ। ਅਤੇ ਜਿਹੜੇ ਬੰਦੇ ਦਾ ਬਾਣੀ ਪੜ੍ਹਨ ਦਾ ਅਭਿਆਸ ਹੈ ਉਹੀ ਬੰਦਾ ਉਸ ਲੜੀਵਾਰ ਸਰੂਪ ਤੋਂ ਪਾਠ ਕਰ ਸਕਦਾ, ਕਿਉਂਕਿ ਉਹਦਾ ਅਭਿਆਸ ਹੈ, ਉਹਦੀ ਪ੍ਰੈਕਟਿਸ ਹੈ ਉਹਨਾਂ ਚੀਜ਼ਾਂ ਦੀ। ਉਹ ਕਹਿੰਦੇ ਵੀ ਭਾਈ ਮਨੀ ਸਿੰਘ ਜੀ ਨੇ ਲੜੀਵਾਰ ਨੂੰ ਪਾਦਛੇਦ ਕਰ ਦਿੱਤਾ। ਜਿਹੜੇ ਅੱਖਰ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵੱਖੋ ਵੱਖਰੇ ਕਰ ਦਿੱਤੇ। ਅਤੇ ਗੁਰੂ ਸਾਹਿਬ ਨੇ ਆਖਿਆ ਸੀ ਜਿਹੜਾ ਅੱਖਰ ਬਾਣੀ ਦੇ ਵੱਖੋ ਵੱਖਰੇ ਕਰੇਗਾ, ਜਿਵੇਂ ਬਾਣੀ ਦੇ ਅੱਖਰਾਂ ਨੂੰ ਤੋੜੇਗਾ, ਤਿਵੇਂ ਉਹਦਾ ਸਰੀਰ ਵੀ ਕੱਟਿਆ ਜਾਏਗਾ। ਹੁਣ ਇਹ ਇਤਿਹਾਸ ਜਦੋਂ ਇਹ ਸਾਖੀ ਜਦੋਂ ਇਤਿਹਾਸ ਵਿੱਚ ਦਰਜ ਕੀਤੀ ਅਤੇ ਸਿੱਧਾ ਸਿੱਧਾ ਅਸੀਂ ਇਹਦਾ ਕਸੂਰਵਾਰ ਭਾਈ ਮਨੀ ਸਿੰਘ ਜੀ ਨੂੰ ਠਹਿਰਾ ਦਿੱਤਾ ਵੀ ਜੇ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਉਹਦੇ 'ਚ ਜ਼ਕਰੀਆ ਖਾਨ ਦਾ ਕੋਈ ਕਸੂਰ ਨਹੀਂ, ਕਸੂਰ ਉਹਨਾਂ ਦਾ ਆਪਦਾ ਸੀ, ਕਿਉਂਕਿ ਉਹਨਾਂ ਨੇ ਬਾਣੀ ਨੂੰ ਪਾਦਛੇਦ ਕਰਕੇ ਲਿਖਿਆ ਸੀ। ਅਸੀਂ ਕਸੂਰਵਾਰ ਉੱਥੇ ਉਹਨਾਂ ਨੂੰ ਠਹਿਰਾ ਦਿੱਤਾ। ਕਿਸੇ ਨੇ ਸਾਖੀ ਚਲਾਈ, ਸੀਨਾ ਬਸੀਨਾ ਤੁਰਦੀ 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 ਇਹ ਸਾਡੇ ਤੱਕ ਪਹੁੰਚ ਗਈ, ਸਾਡੇ ਇਤਿਹਾਸ ਦਾ ਹਿੱਸਾ ਬਣ ਗਈ। ਜਦੋਂ ਕਿਸੇ ਚੀਜ਼ ਨੂੰ 100 ਸਾਲ 200 ਸਾਲ 150 ਸਾਲ ਦਾ ਸਮਾਂ ਬਤੀਤ ਹੋ ਜਾਵੇ, ਉਹ ਚੀਜ਼ ਇਤਿਹਾਸ ਦਾ ਇੱਕ ਅੰਗ ਬਣ ਕੇ ਰਹਿ ਜਾਂਦੀ ਹੈ। ਹੁਣ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਇਤਿਹਾਸ ਤੇ 3 ਤਰੀਕਿਆਂ ਨਾਲ ਲਿਖਿਆ ਗਿਆ ਹੈ। ਇਤਿਹਾਸ ਪੜ੍ਹਨ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਇਹ ਹੁੰਦੀ ਹੈ ਵੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੀ ਕਸਵੱਟੀ 'ਤੇ ਖਰੀ ਉਤਰਦੀ ਹੈ ਉਹ ਠੀਕ ਹੈ। ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ 'ਤੇ ਖਰੀ ਨਹੀਂ ਉਤਰਦੀ ਉਹ ਸਾਨੂੰ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਬਾਣੀ ਗੁਰੂ ਸਾਹਿਬ ਜੀ ਨੇ ਆਪ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਹੈ। ਇਤਿਹਾਸ ਜਿਹੜਾ ਹੈ ਇਹ ਲਿਖਾਰੀਆਂ ਨੇ ਲਿਖਿਆ ਹੈ ਅਤੇ ਬੰਦਾ ਭੁੱਲ ਸਕਦਾ। ਜਿੱਥੋਂ ਮੈਂ ਗੱਲ ਆਰੰਭ ਕੀਤੀ ਸੀ ਵੀ ਬੰਦਾ ਭੁੱਲਦਾ ਹੈ, ਗੁਰੂ ਕਦੀ ਨਹੀਂ ਭੁੱਲਦਾ। ਬੰਦਾ ਕਦੀ ਕਦੀ ਭੁੱਲ ਜਾਂਦਾ ਹੈ, ਬੰਦਾ ਥਾਂ ਥਾਂ 'ਤੇ ਭੁੱਲਾਂ ਕਰਦਾ ਹੈ, ਪਰ ਗੁਰੂ ਨਹੀਂ ਕਦੀ ਭੁੱਲਦਾ। ਗੁਰੂ ਇੱਕ ਇਹੋ ਜਿਹੀ ਸਾਖਸ਼ਾਤ ਸ਼ਖਸੀਅਤ ਹੈ ਜਿਹੜਾ ਭੁੱਲਣ ਦੇ ਵਿੱਚ ਆਉਂਦਾ ਹੀ ਨਹੀਂ। ਇਸੇ ਕਰਕੇ ਮਹਾਰਾਜ ਨੇ ਆਖਿਆ ਸੀ ਨਾ, ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾ ਹੀ। ਗੁਰੂ ਤਾਂ ਅਭੁੱਲ ਹੈ, ਗੁਰੂ ਕਦੀ ਨਹੀਂ ਭੁੱਲਦਾ। ਗੁਰੂ ਦੇ ਦਿਮਾਗ ਵਿੱਚੋਂ ਕਦੀ ਕਿਸੇ ਦਾ ਚੇਤਾ ਨਹੀਂ ਵਿਸਰਦਾ। ਇਹ ਸਾਡੀਆਂ ਗੱਲਾਂ ਨੇ, ਸਾਡੇ ਵੱਲ ਗੁਰੂ ਧਿਆਨ ਨਹੀਂ ਦਿੰਦਾ, ਪਤਾ ਨਹੀਂ ਸਾਰਾ ਕੁਝ ਗੁਆਂਢੀਆਂ ਨੂੰ ਦੇਈ ਜਾਂਦਾ ਹੈ, ਪਤਾ ਨਹੀਂ ਸਾਡੇ ਭਰਾਵਾਂ ਨੂੰ ਸਾਰਾ ਕੁਝ ਦੇ ਦਿੱਤਾ ਹੈ, ਪਤਾ ਨਹੀਂ ਸਾਡੇ ਕਰਮ ਕਿੱਥੇ ਰੁਕੇ ਹੋਏ ਨੇ। ਫਿਰ ਇਹ ਚਲਦੀ ਚਲਦੀ ਚੀਜ਼ ਇੱਥੇ ਪਹੁੰਚ ਜਾਂਦੀ ਹੈ, ਬੰਦੇ ਪੰਡਤਾਂ ਕੋਲ ਪਹੁੰਚ ਜਾਂਦੇ ਨੇ, ਜਾ ਕੇ ਹੱਥ ਵਿਖਾਉਂਦੇ ਨੇ, ਦੱਸੋ ਸਾਡੀ ਕਿਸਮਤ ਵਿੱਚ ਕੀ ਲਿਖਿਆ, ਦੱਸੋ ਸਾਡੀ ਕਿਸਮਤ ਅੱਗੇ ਦੇ ਬਾਰੇ ਕੀ ਦੱਸਦੀ ਹੈ, ਭਵਿੱਖ ਵਿੱਚ ਸਾਡੇ ਬਾਰੇ ਕੀ ਦਿਰਣਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਹੀਂ ਪੁੱਛਦੇ। ਮਹਾਰਾਜ ਨੇ ਬਾਣੀ ਵਿੱਚ ਲਿਖਿਆ ਕਿਸਮਤ ਬਾਰੇ, ਲਿਖਿਆ ਕੀ ਹੈ? ਸਤਿਗੁਰ ਕਹਿੰਦੇ ਨੇ ਜਿਹਾ ਬੀਜੈ ਸੋ ਲੁਣੈ, ਕਰਮਾ ਸਦੜਾ ਖੇਤ। ਇਹ ਹੈ ਬੰਦੇ ਦੀ ਕਿਸਮਤ। ਇਹ ਕਰ ਕਰੇ ਸੋ ਇਹ ਕਰ ਪਾਏ। ਜਿਹੜਾ ਕੰਮ ਮਨੁੱਖ ਇਸ ਹੱਥ ਨਾਲ ਕਰੇਗਾ, ਦੂਜੇ ਹੱਥ ਨਾਲ ਉਸ ਮਨੁੱਖ ਨੂੰ ਉਸ ਕੰਮ ਦਾ ਨਤੀਜਾ, ਉਹਦਾ ਰਿਜ਼ਲਟ ਪ੍ਰਾਪਤ ਹੋ ਜਾਏਗਾ। ਇਹ ਹੈ ਬੰਦੇ ਦੀ ਕਿਸਮਤ। ਜੇ ਕਰਮ ਚੰਗਾ ਕਰੋਗੇ ਉਹਦਾ ਨਤੀਜਾ ਵੀ ਚੰਗਾ ਮਿਲੇਗਾ, ਜੇ ਕਰਮ ਬੰਦੇ ਦਾ ਮਾੜਾ ਹੋਏਗਾ ਤਾਂ ਉਹਦਾ ਨਤੀਜਾ ਵੀ ਮਾੜਾ ਹੋਏਗਾ। ਇਸੇ ਕਰਕੇ ਮਹਾਰਾਜ ਨੇ ਆਖਿਆ ਸੀ ਨਾ, ਲੋੜਾਂ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ। ਬੰਦਾ ਬੀਜਦਾ ਕਿੱਕਰ ਹੈ ਅਤੇ ਭਾਲਦਾ ਦਾਖ ਦੀ ਇਲਾਕੇ ਦੀਆਂ ਬਿਜੋਰੀਆਂ ਨੇ, ਬਿਜੋਰ ਇਲਾਕੇ ਦੀਆਂ ਦਾਖਾਂ। ਬੀਜਦਾ ਬੰਦਾ ਕਿੱਕਰ ਹੈ ਪਰ ਭਾਲਦਾ ਬਿਜੋਰ ਇਲਾਕੇ ਦੀਆਂ ਵਧੀਆ ਦਾਖਾਂ, ਭਾਲਦਾ ਸੁੱਕੇ ਮੇਵੇ, ਸੁੱਕੇ ਫਰੂਟ ਬੰਦਾ ਭਾਲਦਾ ਹੈ, ਪਰ ਬੀਜਦਾ ਕਿੱਕਰ ਹੈ। ਇਹ ਸਾਡੇ ਜੀਵਨ ਦੀ ਵੀ ਹੋਣੀ ਹੈ। ਅਸੀਂ ਕਿਸੇ ਬਾਰੇ ਚੰਗਾ ਘੱਟ ਸੋਚਦੇ ਹਾਂ, ਪਰ ਚੰਗੇ ਦੀ ਆਸ ਆਪਣੇ 'ਤੇ ਵੱਧ ਲਾਉਂਦੇ ਹਾਂ। ਕਿਸੇ ਦੇ ਬਾਰੇ ਤੁਸੀਂ ਮਾੜਾ ਸੋਚਣਾ ਬੰਦ ਕਰ ਦਿਓ, ਕਿਸੇ ਦੇ ਬਾਰੇ ਭੈੜੇ ਖਿਆਲ ਮਨ ਵਿੱਚ ਲੈ ਕੇ ਆਉਣੇ ਬੰਦ ਕਰ ਦਿਓ।
ਤੁਹਾਡੇ ਕਾਰਜ ਆਪਣੇ ਆਪ ਹੀ ਸਿੱਧੇ ਹੋ ਜਾਣਗੇ। ਜੇ ਕੋਈ ਤੁਹਾਡੇ ਨਾਲ ਮਾੜਾ ਕਰ ਵੀ ਜਾਂਦਾ ਹੈ, ਜੇ ਕੋਈ ਤੁਹਾਡੇ ਨਾਲ ਮਾੜਾ ਕਰ ਵੀ ਜਾਂਦਾ ਹੈ, ਤੁਸੀਂ ਨਾ ਚਿਤਾਰੋ ਉਹਦੀ ਗਲਤੀ ਨੂੰ। ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਦਾ ਬੰਦਾ ਉਸ ਚੀਜ਼ ਦਾ ਅਹਿਸਾਸ ਕਰੇਗਾ ਹੀ ਨਾ। ਪਰਸੋਂ ਤੱਕ ਤਾਂ ਬੰਦਾ ਉਸ ਚੀਜ਼ ਬਾਰੇ ਸੋਚੇਗਾ ਨਾ। ਪਰਸੋਂ ਤੱਕ ਤਾਂ ਬੰਦੇ ਦੇ ਮਨ ਵਿੱਚ ਉਸ ਚੀਜ਼ ਦੇ ਬਾਰੇ ਖਿਆਲ ਪਨਪਣਗੇ ਨਾ, ਆਉਣਗੇ ਹੀ ਨਾ। ਅੱਜ ਦੇ ਇਸ ਸ਼ਲੋਕ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੇਨਤੀ ਕਰਦੇ ਨੇ, ਕਹਿੰਦੇ ਵੇਖ ਵਿਡਾਣ ਰਹਿਆ ਵਿਸਮਾਦ। ਜਦੋਂ ਉੱਪਰਲੇ ਸਾਰੇ ਬੰਦਾ ਕੌਤਕ ਵੇਖਦਾ ਹੈ, ਕੋਈ ਕਹਿੰਦਾ ਰੱਬ ਨੇੜੇ ਹੈ, ਕੋਈ ਕਹਿੰਦਾ ਰੱਬ ਦੂਰ ਹੈ। ਰੱਬ ਦੇ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਵਿਆਖਿਆ ਨੇ ਬੰਦਿਆਂ ਦੇ ਵਿੱਚ। ਕੋਈ ਕਹਿੰਦਾ ਰੱਬ ਨੂੰ ਦੂਰ ਕਿਤੇ ਵੇਖਣਾ ਹੋਵੇ ਤੇ ਸਮਾਧੀ ਲਾਉਣੀ ਪੈਂਦੀ ਹੈ, ਕੋਈ ਕਹਿੰਦਾ ਰੱਬ ਨੇੜੇ ਬੜਾ ਹੈ, ਕਿਤੇ ਦੂਰ ਜਾਣ ਦੀ ਲੋੜ ਹੀ ਨਹੀਂ। ਸਤਿਗੁਰ ਕਹਿੰਦੇ ਨੇ ਇਹ ਬੰਦੇ ਦੀਆਂ ਵੱਖ-ਵੱਖ ਗੱਲਾਂ ਨੇ, ਪਰ ਕੀ ਵਿਸਮਾਦ ਇਹਨਾਂ ਚੀਜ਼ਾਂ ਵਿੱਚ ਹੀ ਹੈ। ਅਖੀਰ 'ਤੇ ਆਣ ਕੇ ਮਹਾਰਾਜ ਨੇ ਇਸ ਸ਼ਲੋਕ ਦਾ ਜਦੋਂ ਨਿਰਣਾ ਕੀਤਾ, ਕਹਿੰਦੇ ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰਾ ਭਾਗ। ਹੇ ਨਾਨਕ, ਉਸ ਪ੍ਰਮਾਤਮਾ ਨੂੰ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਜੇ ਬੁੱਝਣਾ ਹੋਵੇ, ਜੇ ਸਮਝਣਾ ਹੋਵੇ ਤੇ ਉਹਦੇ ਬਰਾਬਰ ਦੇ ਭਾਗ ਤੈਨੂੰ ਬਣਾਉਣੇ ਪੈਣਗੇ। ਭਾਵ ਉਹਦੇ ਬਰਾਬਰ ਦੀ ਤੈਨੂੰ ਸੁਰਤ ਘੜਨੀ ਪਏਗੀ। ਜੇ ਉਸ ਪਰਮਾਤਮਾ ਦੀ ਪਦਵੀ ਤੱਕ ਪਹੁੰਚਣਾ ਚਾਹੁੰਦਾ ਹੈ ਤੇ ਮਨ ਦੇ ਵਿੱਚੋਂ ਈਰਖਾ, ਦਵੈਸ਼ ਭਾਵਨਾ, ਨਫ਼ਰਤ, ਸਾੜਾ, ਇਹ ਸਾਰੀਆਂ ਚੀਜ਼ਾਂ ਤੈਨੂੰ ਬਾਹਰ ਕੱਢਣੀਆਂ ਪੈਣਗੀਆਂ, ਤਾਂ ਤੈਨੂੰ ਉਸ ਪਰਮਾਤਮਾ ਦੀ ਸਮਝ ਆ ਸਕੇਗੀ, ਤਾਂ ਤੂੰ ਉਸ ਪਰਮਾਤਮਾ ਨੂੰ ਜਿਹੜਾ ਹੈ ਉਹ ਜਾਣ ਸਕੇਗਾ। ਇਸੇ ਕਰਕੇ ਮਹਾਰਾਜ ਨੇ ਆਖਿਆ ਸੀ, ਜਿਹੜਾ ਉਸ ਰੱਬ ਦੀ ਅਵਸਥਾ ਤੱਕ ਪਹੁੰਚਦਾ ਹੈ ਉਹ ਉਸ ਅਵਸਥਾ ਨੂੰ ਕੇਵਲ ਆਪ ਹੀ ਬਿਆਨ ਕਰ ਸਕਦਾ ਹੈ, ਦੂਜਾ ਕੋਈ ਉਸ ਅਵਸਥਾ ਨੂੰ ਬਿਆਨ ਨਹੀਂ ਕਰ ਸਕਦਾ। ਰੱਬ ਵਿੱਚ ਮਿਲਣ ਦਾ ਤਰੀਕਾ ਇਹ ਹੈ, ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਤੇ ਪਾਣੀ ਵਿੱਚ ਪਾਣੀ ਨੂੰ ਤੁਸੀਂ ਨਿਖੇੜ ਨਹੀਂ ਸਕਦੇ, ਪਾਣੀ ਵਿੱਚ ਪਾਣੀ ਨੂੰ ਤੁਸੀਂ ਅਲੱਗ-ਅਲੱਗ ਨਹੀਂ ਕਰ ਸਕਦੇ। ਕਹਿੰਦੇ ਜਿਹੜਾ ਬੰਦਾ ਰੱਬ ਵਿੱਚ ਮਿਲ ਜਾਂਦਾ ਹੈ ਉਹਦੀ ਅਵਸਥਾ ਵੀ ਫਿਰ ਇਹੋ ਜਿਹੀ ਹੋ ਜਾਂਦੀ ਹੈ, ਉਹ ਵੀ ਆਪਣੇ ਜੀਵਨ ਦੇ ਵਿੱਚ ਐਸੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਫਿਰ ਉਹ ਰੱਬ ਵਿੱਚ ਜਾ ਕੇ ਅਭੇਦ ਹੋ ਜਾਂਦਾ ਹੈ। ਸਤਿਗੁਰ ਕਹਿੰਦੇ ਨੇ ਨਾਨਕ ਬੁੱਝਣ ਪੂਰੇ ਭਾਗ, ਉਸ ਪਰਮਾਤਮਾ ਨੂੰ ਪੂਰੇ ਭਾਗ, ਪੂਰੀ ਤਾਕਤ, ਪੂਰੀ ਸਮਰੱਥਾ, ਪੂਰੇ ਗੁਣਾਂ ਦੇ ਰਾਹੀਂ ਹੀ ਬੁੱਝਿਆ ਜਾ ਸਕਦਾ ਹੈ। ਉਹਦੀ ਸਮਰੱਥਾ ਦੇ ਨਾਲ ਉਸ ਪਰਮਾਤਮਾ ਨੂੰ ਜਿਹੜਾ ਹੈ ਉਹ ਸਮਝਿਆ ਜਾ ਸਕਦਾ ਹੈ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਡਿਆਈ ਗੁਰੂ ਦੀ, ਆਪ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਅੰਤ ਵਿੱਚ ਬੁਲਾਓ ਫਤਿਹ, ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।